ਤਾਂ ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਆ। ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਬਿਆਨ ਆਇਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਐਸਆਈਟੀ ਤੋਂ ਪੁੱਛਿਆ ਹੈ ਕਿ ਜਾਂਚ ਦਾ ਦਾਇਰਾ ਵਧਾਇਆ ਕਿਉਂ ਨਹੀਂ ਜਾ ਰਿਹਾ। ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਦੀ ਵੀ ਜਾਂਚ ਦੀ ਮੰਗ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਅਕਾਲੀ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਇਹ ਸਾਰੀ ਸਾਜ਼ਿਸ਼ ਰਚੀ ਗਈ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਹਾਈ ਕੋਰਟ ਨੇ ਵੀ ਮੰਨਿਆ ਹੈ ਕਿ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਜਿਹੜੀ ਆ ਉਹ ਸਿਆਸਤ ਤੋਂ ਪ੍ਰੇਰਿਤ ਸੀ ਔਰ ਸਿੱਖਾਂ ਨੂੰ ਅਕਾਲੀ ਦਲ ਦੇ ਖਿਲਾਫ ਕਰਨ ਦੀ ਇਹ ਸਾਜ਼ਿਸ਼ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜਾਂਚ ਇਹ ਵੀ ਹੋਵੇ ਕਿ ਕਿਸ ਦੇ ਇਸ਼ਾਰੇ ਤੇ ਬੇਅਦਬੀ ਕੀਤੀ ਗਈ ਸੀ। ਇਹ ਬਿਆਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਅੱਜ ਐਸਆਈਟੀ ਤੋਂ ਪੁੱਛਗਿੱਛ ਤੋਂ ਬਾਅਦ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਜਾਂਚ ਦਾ ਦਾਇਰਾ ਵਧਾਇਆ ਕਿਉਂ ਨਹੀਂ ਗਿਆ ਔਰ ਆਮ ਆਦਮੀ ਪਾਰਟੀ ਔਰ ਕਾਂਗਰਸ ਤੇ ਵੀ ਉਹਨਾਂ ਨੇ ਸਵਾਲ ਚੱਕੇ ਨੇ। ਮੈਂ ਹਰਚਰਨ ਬੈਂਸ ਸਾਹਿਬ ਕੋਲ ਇੱਕ ਵਾਰੀ ਜਾਣਾ ਚਾਹੂੰਗਾ। ਬੈਂਸ ਸਾਹਿਬ, ਤੁਹਾਡੇ ਤੋਂ ਮੈਂ ਇੱਕ ਰਿਐਕਸ਼ਨ ਚਾਹੂੰਗਾ, ਫਿਰ ਮੈਂ ਬਾਕੀ ਜਿਹੜੇ ਮਹਿਮਾਨ ਨੇ ਉਹਨਾਂ ਤੋਂ ਇਸ ਤੇ ਪ੍ਰਤੀਕਰਮ ਲਊਂਗਾ ਕਿ ਸਾਰੇ ਜਾਣੇ ਇਸ ਵੇਲੇ ਇਹੀ ਕਹਿ ਰਹੇ ਨੇ, ਚਾਹੇ ਕੋਈ ਕਿਸੇ ਪਾਰਟੀ ਦਾ ਹੋਵੇ, ਚਾਹੇ ਕੋਈ ਜਰਨਲਿਸਟ ਹੋਵੇ, ਕੋਈ ਵੀ ਵਿਅਕਤੀ ਹੋਵੇ, ਹਰ ਬੰਦਾ ਇਸ ਵੇਲੇ ਇਹ ਚਾਹੁੰਦਾ ਹੈ ਕਿ ਜੋ ਉਸ ਵੇਲੇ ਘਟਨਾਕ੍ਰਮ ਹੋਇਆ ਉਹਦਾ ਇਨਸਾਫ ਮਿਲਣਾ ਚਾਹੀਦਾ ਔਰ ਉਸ ਤੇ ਘੱਟੋ ਘੱਟ ਸਿਆਸਤ ਨਾ ਹੋਵੇ, ਚਾਹੇ ਉਸ ਵੇਲੇ ਤੁਹਾਡੀਆਂ ਸਰਕਾਰਾਂ ਸੀ, ਚਾਹੇ ਅੱਜ ਦੀਆਂ ਸਰਕਾਰਾਂ ਨੇ। ਬੈਂਸ ਸਾਹਿਬ, ਜਦੋਂ ਤੱਕ ਕੋਈ ਵੀ ਜੁਡੀਸ਼ਰੀ ਹਾਈ ਕੋਰਟ ਜਾਂ ਆਨਰੇਬਲ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾ ਨਹੀਂ ਦਿੰਦੀ, ਉਨੀ ਦੇਰ ਤੱਕ ਮੈਂ ਵੀ ਗਿਲਟੀ ਹਾਂ ਜਾਂ ਮੈਂ ਵੀ ਇਨੋਸੈਂਟ ਹਾਂ ਜਾਂ ਤੁਸੀਂ ਵੀ ਗਿਲਟੀ ਹੋ, ਤੁਸੀਂ ਵੀ ਇਨੋਸੈਂਟ ਹੋ, ਦਾਦੂਵਾਲ ਸਾਹਿਬ ਵੀ ਗਿਲਟੀ ਨੇ, ਇਹ ਵੀ ਇਨੋਸੈਂਟ ਨੇ, ਜਦੋਂ ਤੱਕ ਕਿ ਕੋਈ ਗੱਲ ਕਲੀਅਰ ਨਹੀਂ ਹੁੰਦੀ। ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਜਿਹੜੀ ਗੱਲ ਹੈ, ਉਹਨਾਂ ਨੇ ਕਿਹਾ ਕਿ ਕਿਉਂਕਿ ਉਹਨਾਂ ਨੇ ਕਿਹਾ ਅੱਜ ਤੱਕ ਮੈਂ ਨਹੀਂ ਇੱਦਾਂ ਦੀ ਗੱਲ ਕਹੀ, ਲੇਕਿਨ ਕਿਉਂਕਿ ਆਨਰੇਬਲ ਹਾਈ ਕੋਰਟ ਇਹ ਗੱਲ ਕਹਿ ਰਹੀ ਹੈ ਕਿ ਜਿਹੜਾ ਉਹ ਐਸਆਈਟੀ ਦੀ ਰਿਪੋਰਟ ਹੈ ਉਹਦੇ 'ਚ ਸਾਫ਼ ਜ਼ਾਹਰ ਹੈ ਕਿ ਸਿਆਸਤ ਖੇਡਣ ਦੀ ਕੋਸ਼ਿਸ਼ ਹੋਈ ਹੈ ਔਰ ਗੱਲਾਂ ਮਨ ਘੜੰਤ ਬਣਾ ਕੇ ਸਿਆਸੀ ਮੰਤਵ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਰਕੇ ਮੈਂ ਕਹਿੰਦਾ ਹੈ ਕਿ ਜਿਹੜੀ ਮੌਜੂਦਾ ਐਸਆਈਟੀ ਵੀ ਹੈ ਜਾਂ ਜੋ ਵੀ ਐਸਆਈਟੀ ਹੋਰ ਬਣਾ ਲੈਣ, ਪੂਰਾ ਦਾਇਰਾ ਖੋਲ ਕੇ ਇਹ ਪਤਾ ਕਰੇ ਕਿ ਇਹ ਜਿਹੜੀ ਉਸ ਵੇਲੇ ਦੀ ਜਿਹੜੀ ਸਿਆਸਤ ਹੋਈ ਸੀ, ਉਸ ਵੇਲੇ ਜਿਹੜੀ ਬੇਅਦਬੀ ਦੇ ਪਿੱਛੇ ਸਾਜ਼ਿਸ਼ ਹੋਈ ਹੈ, ਉਹ ਕਿਹਨੇ ਕੀਤੀ, ਕਿਉਂ ਕੀਤੀ, ਕਿਹਨੂੰ ਫਾਇਦਾ ਸੀ ਔਰ ਇਹਦੇ ਵਿੱਚ ਕਿਹੜੀਆਂ ਧਿਰਾਂ ਸ਼ਾਮਿਲ ਹੋ ਸਕਦੀਆਂ। ਇਹਦੇ ਵਿੱਚ ਜੇ ਆਪਾਂ ਕਹੀਏ ਕਿ ਜਦ ਤੱਕ ਕੋਈ ਫੈਸਲਾ ਨਹੀਂ ਹੁੰਦਾ ਉਦ ਤੱਕ ਤਾਂ ਕਾਨੂੰਨ ਦੀ ਨਿਗਾਹ ਵਿੱਚ ਸਾਰੇ ਇਨੋਸੈਂਟ ਆ, ਸਾਰੇ ਗਿਲਟੀ ਹੈ। ਤਾਂ ਉਹਦੇ ਵਿੱਚ ਆਮ ਆਦਮੀ ਪਾਰਟੀ ਹੋਵੇ, ਚਾਹੇ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਚਾਹੇ ਦਾਦੂਵਾਲ ਸਾਹਿਬ ਹੋਣ, ਇਹ ਤਾਂ ਦੋਨੋਂ ਇੱਕੋ ਹੀ ਨੇ ਖੈਰ, ਜਾਂ ਕੋਈ ਵੀ ਹੋਵੇ। ਪਰ ਸਵਾਲ ਮੇਰਾ ਮਤਲਬ ਇਹ ਹੈ, ਮੇਰੇ ਗੱਲ ਪੂਰੀ ਕਰ ਲੈਂਦੇ ਹੋ, ਵਿਜੇ ਜੀ ਗੱਲ ਤਾਂ ਪੂਰੀ ਕਰ ਲੈਂਦੇ ਹੋ, ਵਿਜੇ ਜੀ ਗੱਲ ਤਾਂ ਪੂਰੀ ਕਰ ਲੈਂਦੇ ਹੋ, ਵਿਜੇ ਜੀ ਗੱਲ ਪੂਰੀ ਕਰ ਲੈਂਦੇ ਹੋ, ਵਿਜੇ ਜੀ ਗੱਲ ਪੂਰੀ ਕਰ ਲੈਂਦੇ ਹੋ ਜੀ। ਸੋ ਗੱਲ ਸਿਰਫ ਇੰਨੀ ਹੈ ਕਿ ਜਦੋਂ ਤੱਕ ਅਜੇ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਉਹ ਇਨਵੈਸਟੀਗੇਸ਼ਨ ਸਾਰਾ ਕੁਝ ਦੇਖੇ। ਫਿਰ ਅਸੀਂ ਕਹਿ ਰਹੇ ਹਾਂ ਕਿ ਸਾਡੇ ਖਿਲਾਫ ਸਾਜ਼ਿਸ਼ ਹੋਈ ਹੈ, ਉਹਦੀ ਇਨਵੈਸਟੀਗੇਸ਼ਨ ਕਿਉਂ ਨਾ ਹੋਵੇ? ਇਸ ਗੱਲ ਦੀ ਕੋਈ ਵਜ੍ਹਾ ਹੈ ਵੀ ਮੈਂ ਕਹਿ ਰਿਹਾ ਮੇਰੇ ਖਿਲਾਫ ਸਾਜ਼ਿਸ਼ ਹੋਈ ਹੈ, ਉਹਦੀ ਇਨਵੈਸਟੀਗੇਸ਼ਨ ਨਾ ਕੀਤੀ ਜਾਵੇ? ਕਿਉਂ ਨਾ ਕੀਤੀ ਜਾਵੇ? ਬਾਅਦ ਤੁਸੀਂ ਕਹਿ ਦਿਓ ਵੀ ਮੈਂ ਝੂਠ ਬੋਲਦਾ ਸੀ, ਲੇਕਿਨ ਇਨਕੁਆਇਰੀ ਕਰਕੇ ਕਹੋ, ਸਾਬਤ ਕਰਕੇ ਕਹੋ। ਤਾਂ ਉਹਨਾਂ ਨੇ ਬਾਦਲ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੀ ਇਹ ਉਸ ਵੇਲੇ ਸਾਜ਼ਿਸ਼ ਹੋਈ ਹੈ, ਅਸੀਂ ਕਹਿੰਦੇ ਸਾਡੀ ਸਰਕਾਰ ਨੂੰ ਬਦਨਾਮ ਕਰਨ ਲਈ, ਸਿੱਖ ਕੌਮ ਨੂੰ ਅਕਾਲੀ ਦਲ ਤੋਂ ਤੋੜਨ ਲਈ ਕੀਤੀ ਗਈ ਸੀ। ਕਿਹਨਾਂ ਨੇ ਕੀਤੀ, ਪਿੱਛੇ ਕੌਣ ਨੇ, ਇਹਦੀ ਇਨਵੈਸਟੀਗੇਸ਼ਨ ਹੋਵੇ। ਉਹਨਾਂ ਨੇ ਇਹ ਨਹੀਂ ਕਿਹਾ ਮੈਂ ਇਹਨੇ ਕੀਤੀ, ਉਹਨੇ ਕੀਤੀ, ਉਹਨਾਂ ਨੇ ਕਿਹਾ ਇਹਦੀ ਇਨਵੈਸਟੀਗੇਸ਼ਨ ਹੋਵੇ ਕਿਹਨੇ ਕੀਤੀ। ਠੀਕ ਹੈ। ਦਾਦੂਵਾਲ ਸਾਹਿਬ, ਤੁਸੀਂ ਕਿਸ ਲਿਹਾਜ਼ ਨਾਲ ਦੇਖ ਰਹੇ ਹੋ? ਦੇਖੋ ਜੀ, ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਤਾਂ ਇਨਸਾਫ ਚਾਹੀਦਾ। ਜਦੋਂ ਬਾਦਲ ਪਰਿਵਾਰ ਤੇ ਕੈਪਟਨ ਸਾਹਿਬ ਅਲਾਇੰਸ ਕਰ ਗਏ, ਸਾਨੂੰ ਇਨਸਾਫ ਤੋਂ ਦੂਰ ਕਰ ਰਹੇ ਆ। ਇਹ ਸਿਆਸੀ ਘੁੰਮਣ ਘੇਰੀਆਂ ਚ ਪਾ ਕੇ ਸਾਰੀ ਜਾਂਚ ਨੂੰ ਉਲਝਾ ਰਹੇ ਆ। ਮੈਂ ਦਾਦੂਵਾਲ ਸਾਹਿਬ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹੁੰਦਾ ਕਿ ਜਿਹੜੀ ਗੱਲ ਅਕਾਲੀ ਦਲ ਵਾਰ-ਵਾਰ ਕਹਿ ਰਿਹਾ ਜਾਂ ਪਿਛਲੇ ਦਿਨਾਂ ਦੇ ਵਿੱਚ ਜੋ ਸਿਆਸੀ ਘਟਨਾਕ੍ਰਮ ਵੀ ਹੋਏ ਨੇ, ਜੇ ਕੁੰਵਰ ਵਿਜੇ ਪ੍ਰਤਾਪ ਤੁਸੀਂ ਉਹਨਾਂ ਨੂੰ ਆਨਰ ਵੀ ਕੀਤਾ, ਕੁੰਵਰ ਵਿਜੇ ਪ੍ਰਤਾਪ ਹੁਣ ਇੱਕ ਸਿਆਸੀ ਪਾਰਟੀ 'ਚ ਸ਼ਾਮਲ ਹੋ ਗਏ ਨੇ, ਕੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਇੱਕ ਵਿਅਕਤੀ ਜਿਹੜਾ ਇਸ ਪੱਧਰ ਤੇ ਜਾਂਚ ਕਰ ਰਿਹਾ ਹੋਵੇ ਉਹ ਕਿਸੇ ਸਿਆਸੀ ਪਾਰਟੀ 'ਚ ਜਾ ਕੇ ਸ਼ਾਮਲ ਹੋ ਜੇ ਤਾਂ ਫਿਰ ਉਸ ਪੂਰੀ ਜਾਂਚ ਦੇ ਉੱਪਰ ਜਿਹੜੇ ਸਿਆਸੀ ਸਵਾਲ ਨੇ ਉਹ ਲਾਜ਼ਮੀ ਹੋ ਜਾਂਦੇ ਨੇ ਉੱਠਣੇ? ਦੇਖੋ ਜੀ, ਸਵਾਲ ਤਾਂ ਉਦਾਂ ਵੀ ਤਾਂ ਉਠਾਈ ਜਾਂਦੇ ਸੀ ਜਦੋਂ ਵਿੱਚ ਸੀ, ਉਦੋਂ ਕਿਹੜਾ ਅਕਾਲੀ ਦਲ ਸਵਾਲ ਨਹੀਂ ਉਠਾ ਰਿਹਾ, ਉਦੋਂ ਵੀ ਤਾਂ ਸਵਾਲ ਉਠਾ ਰਹੇ ਸੀਗੇ। ਜਦੋਂ ਇਹੀ ਅਫਸਰ ਇਹਨਾਂ ਵੇਲੇ ਵੱਡੀਆਂ ਪੋਸਟਾਂ ਤੇ ਰਿਹਾ, ਵੱਡੀਆਂ ਜਾਂਚਾਂ ਕਰਦਾ ਰਿਹਾ, ਉਦੋਂ ਤਾਂ ਠੀਕ ਸੀਗਾ।
ਹੁਣ ਜਿਹੜਾ ਹੈਗਾ, ਹੁਣ ਤਾਂ ਅਕਾਲੀ ਦਲ ਤਾਂ ਸਾਰੇ ਸੁਖਬੀਰ ਸਿੰਘ ਬਾਦਲ ਦੇ ਤੁਸੀਂ ਬਿਆਨ ਸੁਣੋ, ਕਹਿੰਦੇ ਜਦੋਂ ਸਾਨੂੰ ਕੈਪਟਨ ਦੀ ਪੁਲਿਸ ਤੇ ਵਿਸ਼ਵਾਸ ਨਹੀਂ ਹੈ, ਜਦੋਂ ਮੇਰਾ ਰਾਜ ਆਇਆ ਮੈਂ ਇਹਦਾ ਇਨਸਾਫ ਕਰੂੰਗਾ। ਮੈਂ ਪੁੱਛਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਪੁਲਿਸ ਕੈਨੇਡਾ ਤੋਂ ਲੈ ਕੇ ਆਊਗਾ? ਇਹੀ ਪੁਲਿਸ ਹੋਣੀ ਹੈ ਨਾ ਜੀ। ਉਹਨਾਂ ਨੂੰ ਤਾਂ ਕਿਸੇ ਤੇ ਵਿਸ਼ਵਾਸ ਹੀ ਨਹੀਂ ਹੈ ਨਾ, ਉਹਨਾਂ ਨੂੰ ਤਾਂ ਸਿਰਫ ਆਪਣੇ ਆਪ। ਤਾਂ ਹੀ ਮੈਂ ਕਿਹਾ ਸੀ ਕੈਪਟਨ ਸਾਹਿਬ ਨੂੰ ਚਾਹੀਦਾ ਵੀ SIT ਬਣਾ ਦਿਓ, ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ ਨਾਲ ਦਿਓ, ਇਹਨਾਂ ਵੀ ਬਣਾ ਦਿਓ SIT, ਆਪੇ ਆਪਣੀ ਜਾਂਚ ਕਰ ਲੈਣਗੇ, ਕਿਉਂਕਿ ਇਹਨਾਂ ਨੂੰ ਤਾਂ ਨਾ ਜਾਂਚ ਕਮਿਸ਼ਨ ਤੇ ਭਰੋਸਾ, ਉਹਨਾਂ ਦੀ ਰਿਪੋਰਟ ਇਹਨਾਂ ਰੱਦੀ ਵਾਂਗੂ ਵੇਚ ਦਿੱਤੀ। SIT ਨੂੰ ਕਹਿੰਦੇ ਪੁਲਿਸ ਤੇ ਭਰੋਸਾ ਨਹੀਂ, ਇਹਨਾਂ ਨੂੰ ਤਾਂ ਕਿਸੇ ਭਰੋਸਾ ਹੀ ਨਹੀਂ ਹੈ, ਕਿਉਂਕਿ ਆਪ के अंदर कर देंगे। बनी संधू साहब कुछ कहना चाह रहे हैं जी जी जी। बनी संधू जी तुसी कह सकते हो अपनी गल। बनी संधू साहब कुछ कहना चाह रहे हैं जी। प्रकाश सिंह जी बादल साहब का बयान अज आया हैगा कि ਇਹਦੀ ਤਫਤੀਸ਼ ਕੀਤੀ ਜੀ ਜੀ ਹੋਰ ਕੌਣ ਸੀਗਾ। ਮੈਂ ਇਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ 18 ਮਹੀਨੇ ਜਾਂ 1.5 ਸਾਲ ਜਾਂ 2 ਸਾਲ ਇਹਨਾਂ ਦੀ ਸਰਕਾਰ ਰਹੀ ਹੈ, ਇਹ ਸਾਰੀ ਵਾਰਦਾਤ ਤੋਂ ਬਾਅਦ ਤੇ ਬਾਦਲ ਸਾਹਿਬ ਨੂੰ ਉਦੋਂ ਕਿਉਂ ਨਹੀਂ ਸੋਝੀ ਆਈ ਵੀ ਉਦੋਂ ਹੀ ਜਾਗ ਜਾਂਦੇ ਵੀ ਮੈਂ ਬਾਕੀਆਂ ਨੂੰ ਵੀ ਚੈੱਕ ਕਰ ਲੈਂਦਾ। ਹਾਂਜੀ, ਜੋਰਾ ਸਿੰਘ ਦੀ ਰਿਪੋਰਟ ਇਹਨਾਂ ਨੇ ਬਿਠਾਈ ਸੀਗੀ, ਅਣਪਛਾਤੀ ਪੁਲਿਸ ਬਣਾ ਕੇ ਜੋਰਾ ਸਿੰਘ ਦੀ ਰਿਪੋਰਟ ਲੈਣ ਤੇ ਇਹਨਾਂ ਤੋਂ ਗਿਆ ਕੋਈ ਨਹੀਂ। ਕਮਾਲ ਦੀਆਂ ਗੱਲਾਂ ਕਰਦੇ ਨੇ ਸਾਹਿਬ। ਲੱਗਦੇ ਹੱਥੇ ਦਾ ਵੀ ਜਵਾਬ ਦੇ ਦਿਓ ਵੀ 1.5 ਸਾਲ ਤੱਕ ਜਦੋਂ ਇਹ ਘਟਨਾਕ੍ਰਮ ਹੋਇਆ, 1.5 ਸਾਲ ਤੱਕ ਤੁਹਾਡੀ ਸਰਕਾਰ ਸੱਤਾ ਦੇ ਵਿੱਚ ਸੀ, ਉਦੋਂ ਤੁਸੀਂ ਅੱਜ ਜਿਹੜੀ ਜਾਂਚ ਮੰਗ ਰਹੇ ਹੋ ਉਦੋਂ ਟੰਗਿਆ ਕਿਉਂ ਨਹੀਂ? ਫਿਰ ਉਸ ਵੇਲੇ ਜਾਂਚ ਚੱਲ ਰਹੀ ਸੀ ਔਰ ਹਾਂ ਜਾਂਚ ਚੱਲ ਰਹੀ ਸੀ ਜਦੋਂ ਸਾਡੀ ਸਰਕਾਰ ਚਲੇ ਗਈ, ਔਰ ਸਿਰਫ ਉਹ 14 ਮਹੀਨੇ ਨਹੀਂ ਵਿਜੇ ਜੀ, ਉਸ ਤੋਂ ਬਾਅਦ 4.5 ਸਾਲ ਹੋਰ ਜੀ ਵੀ ਬਾਦਲ ਸਾਹਿਬ ਨੇ ਇਹ ਨਹੀਂ ਕਿਹਾ। ਹੁਣ ਉਹਨਾਂ ਨੇ ਕਿਉਂ ਕਿਹਾ? ਉਹਨਾਂ ਨੇ ਆਪ ਸਪਸ਼ਟ ਕੀਤਾ ਹੈ ਕਿ ਹਾਈ ਕੋਰਟ ਨੇ ਖੁਦ ਇਹ ਗੱਲ ਕਹੀ ਹੈ ਕਿ ਸਿਆਸੀਕਰਨ ਹੋ ਰਿਹਾ, ਇਸ ਕਰਕੇ ਇਹਦੀ ਇਨਵੈਸਟੀਗੇਸ਼ਨ ਕਰੋ ਕਿ ਕਿਹੜੀਆਂ ਸਿਆਸੀ ਪਾਰਟੀਆਂ ਮਗਰ ਨੇ। ਠੀਕ ਹੈ ਸੰਧੂ ਸਾਹਿਬ, ਮੈਨੂੰ ਜਵਾਬ ਸੁਣਿਆ ਨਹੀਂ ਬਿਲਕੁਲ ਵੀ ਕੀ ਕਿਹਾ ਬੈਂਸ ਸਾਹਿਬ ਨੇ, ਕੈਨ ਯੂ ਰਿਪੀਟ ਇਟ ਪਲੀਜ਼? ਉਹਨਾਂ ਨੇ ਕਿਹਾ ਕਿ ਉਸ ਵੇਲੇ ਇਨਵੈਸਟੀਗੇਸ਼ਨ ਚੱਲ ਰਹੀ ਸੀ, 1.5 ਸਾਲ ਉਦੋਂ ਚੱਲੀ ਹੈ, ਉਸ ਤੋਂ ਬਾਅਦ 4.5 ਸਾਲ ਹੁਣ ਚੱਲੀ ਹੈ, ਪਰ ਹੁਣ ਵੀ ਸਿਆਸਤ ਨਿਕਲੀ ਹੈ ਤੇ ਹਾਈ ਕੋਰਟ ਨੇ ਟਿੱਪਣੀਆਂ ਕਰਤੀਆਂ ਵੀ ਇਹਦੇ ਪਿੱਛੇ ਸਿਆਸੀ ਮਨਸ਼ਾ ਨੇ। ਇਹ ਗੱਲ ਕਹਿ ਰਹੇ ਆ ਕਿ ਤੁਸੀਂ ਜਾਂਚ ਕਰੋ ਕਿ ਸਿਆਸੀ ਮਨਸ਼ਾ ਕਿਹਦੀ ਹੈ। ਗੱਲ ਇਹ ਹੈ, ਇਹ ਗੱਲ ਬਾਦਲ ਸਾਹਿਬ ਕਹਿ ਰਹੇ ਜਿੱਦਣ SIT ਤਫਤੀਸ਼ ਕਰਨ ਜਾਂਦੀ ਹੈ ਉਦਣ ਅਕਾਲੀ ਦਲ ਵਾਲੇ ਬਾਹਰ 100 150 200 ਅਕਾਲੀ ਦਲ ਦਾ ਵਰਕਰ ਬੁਲਾ ਕੇ ਕਨਾਤਾ ਲਾ ਕੇ ਉਹਨਾਂ ਦੇ ਕੁਰਸੀਆਂ ਤੇ ਬਿਠਾ ਕੇ ਉੱਥੇ ਸਿਆਸਤ ਇਹ ਕਰਦੇ ਨੇ। ਇਹ ਤਫਤੀਸ਼ ਕਰਨ ਆ ਰਹੀ ਹੈ, ਮੁਲਜ਼ਮਾਂ ਤੋਂ ਤਫਤੀਸ਼ ਕਰਨ ਪੁਲਿਸ ਆ ਰਹੀ ਹੈ। ਇਹ 올림픽 ਦਾ ਮੈਡਲ ਜਿੱਤ ਕੇ ਨਹੀਂ ਆਏ ਬਾਦਲ ਵਾਲੇ, 올림픽 ਦਾ ਮੈਡਲ ਜਿੱਤ ਕੇ ਨਹੀਂ ਆਏ ਜਿਹੜੇ ਇਹਨਾਂ ਨੂੰ ਕਨਾਤਾ ਲਾ ਕੇ ਕੁਰਸੀਆਂ ਲਾ ਕੇ ਉੱਥੇ ਬਹਿ ਜਾਂਦੇ ਨੇ। ਇਹ ਸਿਆਸਤ ਇਹ ਕਰਦੇ ਨੇ ਕਿ ਕੋਈ ਹੋਰ ਕਰਦਾ ਹੈ? ਸਿਰਫ ਗੱਲਾਂ ਕਰਨ ਨੂੰ ਇਹ ਸ਼ੇਰ ਨੇ। ਸਿਆਸਤ ਦੇਖੋ, ਤੁਸੀਂ 200-400 ਬੰਦਾ ਉੱਥੇ ਇਕੱਠਾ ਕਰਕੇ ਬਹਿ ਜਾਂਦੇ ਹੋ, ਇੱਕ ਪੁਲਿਸ ਦੀ ਟੀਮ ਆ ਰਹੀ ਹੈ ਇਨਵੈਸਟੀਗੇਸ਼ਨ ਕਰਨ ਮੁਲਜ਼ਮ ਤੋਂ। ਮੈਂ ਗਿਆਸਪੁਰਾ ਜੀ ਤੋਂ, ਦੂਸਰੀ ਗੱਲ ਮੈਂ ਗਿਆਸਪੁਰਾ ਵਾਲੇ ਦੀ ਮੈਂ ਆਮ ਆਦਮੀ ਨਹੀਂ, ਮੈਂ ਇਸ ਗੱਲ ਦਾ ਜਵਾਬ ਦੇਦਾ ਜੀ ਇਹਨਾਂ ਨੂੰ। ਜੇ ਮੈਂ ਗਲਤ, ਮੈਂ ਆ ਰਿਹਾ ਬੈਸ ਸਾਹਿਬ। ਹਾਂਜੀ, ਜੇ ਮੈਂ ਗਲਤ ਨਹੀਂ ਹੈਗਾ, ਤੁਸੀਂ ਗੱਲ ਪੂਰੀ ਕਰ ਦਿਓ ਸੰਧੂ ਸਾਹਿਬ ਫਟਾਫਟ। ਗਲਤ ਨਹੀਂ ਹੈਗਾ ਤੇ ਜਿਨ੍ਹਾਂ ਨੂੰ ਇਹਨਾਂ ਨੇ ਆਪਣੀ ਬੁੱਕਲ 'ਚ ਲੈ ਕੇ ਅੱਜ ਬਿਠਾਇਆ ਹੈਗਾ, ਉਹਨਾਂ ਦੇ ਖਿਲਾਫ ਹਾਈ ਕੋਰਟ ਦਾ ਜਿਹੜਾ ਆਰਡਰ ਹੈ, ਇਟ ਇਜ਼ ਵਰਸ ਦੈਨ ਸਟ੍ਰਿਕਚਰਸ ਅਗੇਂਸਟ ਦੈਟ ਮੈਨ। ਸੋ ਇਹ ਆਪ ਦੇਖਣ, ਮੈਂ ਇਸ ਤੋਂ ਜ਼ਿਆਦਾ ਉਹਦੇ ਕਮੈਂਟ ਨਹੀਂ ਕਰੂੰਗਾ ਕਿਉਂਕਿ ਇਟ ਇਜ਼ ਅ ਜੁਡੀਸ਼ੀਅਲ ਆਰਡਰ। ਇਹਨਾਂ ਨੇ ਪੰਜਾਬ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਗੱਲ ਕਰ ਰਹੇ ਹੋ ਤੁਸੀਂ। ਜਿਸ ਬੰਦੇ ਨੇ ਹਾਈ ਕੋਰਟ ਦੇ ਆਰਡਰ ਨੇ ਜਿਸ ਬੰਦੇ ਦੇ ਉੱਤੇ ਟਿੱਪਣੀ ਕੀਤੀ ਹੈ, ਦੈਟ ਇਜ਼ ਵਰਸ ਦੈਨ ਸਟ੍ਰਿਕਚਰਸ ਔਨ ਦੈਟ ਮੈਨ ਔਨ ਐਨ ਇੰਡੀਵਿਜੂਅਲ। ठीक है ਗਿਆਸਪੁਰਾ ਸਾਹਿਬ ਤੋਂ ਮੈਂ ਕਮੈਂਟ ਲੈ ਲਾਂ, ਬੈਂਸ ਸਾਹਿਬ ਫੇਰ ਆ ਰਹੇ ਗਿਆਸਪੁਰਾ ਜੀ। ਸਰ, ਜਿਹੜੇ ਰਾਜ ਦੇ ਵਿੱਚ ਜਿਹੜੀ ਘਟਨਾ ਘਟਦੀ ਹੈ, ਜੇ 84 ਕਾਂਗਰਸ ਦੇ ਰਾਜ ਦੇ ਵਿੱਚ ਘਟੀ ਹੈ ਤਾਂ ਅਸੀਂ ਕਾਂਗਰਸ ਨੂੰ ਦੋਸ਼ੀ ਮੰਨਦੇ ਆ। ਜੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਤਾਂ ਕਾਂਗਰਸ ਦੋਸ਼ੀ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਗੁਰੂ ਸਾਹਿਬ ਨੂੰ ਗਲੀਆਂ 'ਚ ਰੋਲਿਆ ਗਿਆ, ਜੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਤਾਂ ਉਦੋਂ ਕਿਹਦਾ ਰਾਜ ਸੀ? ਅਕਾਲੀ ਦਲ ਬਾਦਲ ਦਾ, ਪ੍ਰਕਾਸ਼ ਸਿੰਘ ਬਾਦਲ ਦਾ। ਇਸ ਲਈ ਬਾਦਲ ਉਸ ਲਈ ਸਿੱਧਾ ਦੋਸ਼ੀ ਹੈ। ਇਹ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਇਹ ਦੱਸਣ ਕਿ ਜਿਹੜੇ ਜਸਟਿਸ ਜੋਰਾ ਸਿੰਘ ਇਹਨਾਂ ਦੇ ਗੇਟ ਤੇ 6 ਘੰਟੇ ਬੈਠਾ ਰਿਹਾ, ਇਹਨਾਂ ਕੋਲ ਜਾਂਚ ਰਿਪੋਰਟ ਲੈਣ ਦਾ ਟਾਈਮ ਨਹੀਂ ਸੀ, ਸਮਾਂ ਨਹੀਂ ਸੀ। ਨਹੀਂ, ਜਿਹੜੀਆਂ ਬੈਂਸ ਸਾਹਿਬ ਗੱਲ ਕਹਿ ਰਹੇ ਨੇ ਹਾਈ ਕੋਰਟ ਦੀਆਂ ਟਿੱਪਣੀਆਂ ਦਾ, ਉਹਦੇ ਤੇ ਮੈਂ ਤੁਹਾਡੇ ਤੋਂ ਜ਼ਰੂਰ ਇੱਕ ਰਿਐਕਸ਼ਨ ਚਾਹੂੰਗਾ ਛੋਟਾ ਜਿਹਾ। ਰਾਜਵੀਰ ਸਿੰਘ
ਹੋਇਆ। ਮੈਂ ਇਸ ਗੱਲ ਨੂੰ ਕਲੀਅਰ ਕਰ ਰਿਹਾ ਕਿ ਜੋ ਰਾਜਵੀਰ ਜੱਜ ਹੈ ਇਹ ਅਕਾਲੀ ਦਲ ਬਾਦਲ ਦਾ ਪਲਾਂਟ ਕੀਤਾ ਹੋਇਆ ਬੰਦਾ, ਇਹਦੇ ਤੇ ਅਸੀਂ ਡਾਇਰੈਕਟ ਉਂਗਲੀ ਚੱਕਦੇ ਹਾਂ ਕਿਉਂਕਿ 9 ਚਲਾਨ ਲੋਅਰ ਕੋਰਟ ਦੇ ਵਿੱਚ ਪੇਸ਼ ਹੋ ਚੁੱਕੇ ਆ ਔਰ 9 ਚਲਾਨਾਂ ਤੇ ਜੱਜ ਸਾਹਿਬ ਨੇ ਕਿਸੇ ਵੀ ਚਲਾਨ ਦੇ ਉੱਤੇ ਵਾਲੀ ਟਿੱਪਣੀ ਨਹੀਂ ਕੀਤੀ ਜੋ ਜੱਜ ਰਾਜਵੀਰ ਨੇ ਕੀਤੀ ਹੈ। ਠੀਕ ਹੈ ਧਾਲੀਵਾਲ ਸਾਹਿਬ ਕਮੈਂਟ ਤੁਹਾਡਾ। ਮੈਂ ਬੈਂਸ ਸਾਹਿਬ ਤੋਂ ਜਵਾਬ ਲੈਣਾ ਹੈ ਫਿਰ। ਦੇਖੋ, ਮੈਂ ਆਮ ਆਦਮੀ ਪਾਰਟੀ ਦੇ ਸਾਡੇ ਸਾਥੀ ਅੱਜ ਬਚਾ ਰਹੇ ਆ ਆਈਜੀ ਸਾਹਿਬ ਨੂੰ, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ। ਮੈਂ ਕਿਉਂਕਿ ਅੱਜ ਉਹਨਾਂ ਦੀ ਪਾਰਟੀ 'ਚ ਆ ਗਏ ਆ, ਮੈਂ ਪਹਿਲਾਂ ਵੀ ਇਹ ਗੱਲ ਰੱਖੀ ਹੈ ਵੀ ਮੈਂ ਤਾਂ ਸਧਾਰਨ ਬੰਦਾ, ਸ਼ਾਇਦ ਵਕੀਲ ਸਾਡੇ ਪੈਨਲਿਸਟ ਬੈਠੇ ਉਹ ਦੱਸ ਸਕਦੇ ਆ, ਜਿੰਨੇ ਕਮਜ਼ੋਰ ਚਲਾਨ ਉਹਨਾਂ ਨੇ ਪੇਸ਼ ਕੀਤੇ ਜੀ, ਉਹਨਾਂ ਨੇ ਮਤਲਬ ਕਿ ਪੂਰੀ ਕੋਸ਼ਿਸ਼ ਕੀਤੀ ਕਿ ਜਿਹੜੀਆਂ ਵੱਡੀਆਂ ਮਛਲੀਆਂ ਉਹਦੇ ਵਿੱਚੋਂ ਨਿਕਲ ਜਾਣ ਔਰ ਜਿਹੜੇ ਮਤਲਬ ਕਿ ਜਾਂਚ ਹੈ ਉਹ ਸਾਰੀ ਜਾਂਚ ਜਿਹੜੀ ਹੈਗੀ ਰਾਜਨੀਤਿਕ ਲੋਕਾਂ ਵੱਲ ਨੂੰ ਜਾਂ ਦੂਜੇ ਪਾਸੇ ਨੂੰ ਦੀ ਦਿਸ਼ਾ ਜਾਵੇ ਤੇ ਮੈਨੂੰ ਪੋਲੀਟੀਕਲ ਮਾਈਲੇਜ ਮਿਲੇ। ਠੀਕ ਹੈ, ਉਹਦੇ ਮੁਤਾਬਕ ਔਰ ਇਹ ਕੋਰਟ ਵੀ ਉਸ ਪਾਸੇ ਗਿਆ। ਔਰ ਮੈਂ ਇੱਕ ਗੱਲ ਰੱਖਣੀ, ਮੈਂ ਜਿਹੜੀ ਗੱਲ ਪਹਿਲਾਂ ਵੀ ਰੱਖੀ ਸੀ ਕਿ ਜਿਹੜਾ ਬਿੱਟੂ ਦਾ ਮਰਡਰ ਹੋਇਆ ਤੇ ਖੱਟੜਾ ਸਾਹਿਬ ਨੇ ਪਹਿਲਾਂ ਜਦੋਂ ਖੱਟੜਾ ਸਾਹਿਬ ਦੀ ਸਿੱਟ ਬਣੀ ਆ ਉਹਨਾਂ ਨੇ ਸਾਰੀਆਂ ਗੱਲਾਂ ਕਲੀਅਰ ਕਰਤੀਆਂ ਸੀ, ਇੱਕ ਗੱਲ ਨਿਕਲ ਕੇ ਸਾਹਮਣੇ ਆ ਗਈ ਸੀ, ਬਿੱਟੂ ਗ੍ਰਿਫਤਾਰ ਹੋ ਗਿਆ ਸੀ। ਤਾਂ ਉਹ ਮਰਡਰ ਦੀ ਜਾਂਚ ਕਿਉਂ ਨਹੀਂ ਹੁੰਦੀ ਵੀ ਉੱਥੋਂ ਗੱਲ ਜਿਹੜੀ ਹੈਗੀ ਸਾਨੂੰ ਪਤਾ ਲੱਗ ਸਕਦੀ ਹੈ ਕਿ ਜਿਵੇਂ ਅੱਜ ਬਾਦਲ ਸਾਹਿਬ ਨੇ ਗੱਲ ਰੱਖੀ ਹੈ ਇਹ ਸਾਜ਼ਿਸ਼ ਪਤਾ ਲੱਗਣੀ ਚਾਹੀਦੀ ਹੈ। ਸਾਜ਼ਿਸ਼ ਸਾਨੂੰ ਅਸੀਂ ਜੀ ਵਿਜੇ ਜੀ ਮੈਂ ਬੇਨਤੀ ਕਰਾਂ, ਪਹਿਲੀ ਗੱਲ ਤਾਂ ਜਿਹੜੀ ਇਹ ਗੱਲ ਕਹਿ ਰਹੇ ਨੇ ਨਾ ਕਿ ਉੱਥੇ ਬੰਦੇ ਇਕੱਠੇ ਕਰ ਰਹੇ, 150 ਬੰਦਾ ਕਰ ਲਿਆ, 200 ਕਰ ਲਿਆ ਜੀ, ਸਿਆਸੀ ਪਾਰਟੀ ਆ, ਕਰੋੜਾਂ ਫਾਲੋਅਰ ਨੇ, ਲੇਕਿਨ ਇੱਕ ਵੀ SIT ਦੇ ਮੈਂਬਰ ਨੇ, ਕਿਸੇ ਵੀ ਜੁਡੀਸ਼ਰੀ ਦੇ ਮੈਂਬਰ ਨੇ, ਕਿਸੇ ਵੀ ਪੁਲਿਸ ਦੇ ਮੈਂਬਰ ਨੇ, ਈਵਨ ਕੁੰਵਰ ਵਿਜੇ ਪ੍ਰਤਾਪ ਨੇ ਕਦੇ ਇਹ ਇਲਜ਼ਾਮ ਲਾਇਆ ਕਿ ਕਿਸੇ ਅਕਾਲੀ ਵਰਕਰ ਨੇ ਉਹਦੇ ਕੰਮ ਵਿੱਚ ਦਖਲ ਦਿੱਤਾ? ਕਦੇ ਅੱਜ ਵੀ ਆਏ ਨੇ, ਪੂਰੇ ਸਤਿਕਾਰ ਨਾਲ ਆਏ ਨੇ, ਪੂਰੇ ਸਤਿਕਾਰ ਨਾਲ ਉਹਨਾਂ ਨੂੰ ਸੀ ਆਫ ਕੀਤਾ ਗਿਆ। ਕਿਸੇ ਇੱਕ ਅਕਾਲੀ ਵਰਕਰ ਨੇ ਕੋਈ ਨਾਰਾ ਲਾਇਆ ਜਾਂ ਉਹਨਾਂ ਦੇ ਖਿਲਾਫ ਗੱਲ ਕੀਤੀ ਜਾਂ ਉਹਨਾਂ ਨੂੰ ਰੋਕਿਆ, ਪੂਰੇ ਸਤਿਕਾਰ ਨਾਲ ਅੰਦਰ ਲਿਆਂਦਾ ਗਿਆ, ਪੂਰੇ ਸਤਿਕਾਰ ਨਾਲ ਉਹਨਾਂ ਨੂੰ ਬਾਹਰ ਭੇਜਿਆ ਗਿਆ। ਤੇ ਇਹਨਾਂ ਨੂੰ ਕਿਉਂ ਇਤਰਾਜ਼ ਹੈ ਇਸ ਗੱਲ ਦੇ ਉੱਤੇ? ਇੱਕ ਚੀਜ਼। ਦੂਜੀ ਚੀਜ਼ ਇਹ ਹੈ, ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਜਿਹੜੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਗੱਲ ਕਹੀ ਹੈ ਉਹਨੂੰ ਜਰਾ ਸਮਝ ਲਓ। ਉਹ ਇਹ ਉਹ ਕਹਿੰਦੇ ਕਿ ਮੈਂ 5 ਵਾਰੀ ਮੁੱਖ ਮੰਤਰੀ ਰਿਹਾ ਹੋਇਆ ਬੰਦਾ ਆ, ਮੈਨੂੰ ਪਤਾ ਕਿ ਇੱਕ ਮੁੱਖ ਮੰਤਰੀ ਬੰਦਾ ਰਹਿ ਚੁੱਕਾ ਹੋਵੇ ਉਹਦੀ ਗੱਲ ਦਾ ਵਜ਼ਨ ਹੁੰਦਾ, ਇਸ ਕਰਕੇ ਮੈਂ ਐਵੇਂ ਰਿਸਪੌਂਸਿਬਲੀ ਕਹਿ ਦੇਵਾਂ ਕਿ ਇਹਨੇ ਕੀਤਾ ਉਹਨੇ ਕੀਤਾ, ਇਦਾਂ ਮੇਰਾ ਸੁਭਾਅ ਨਹੀਂ ਹੈ। ਅੱਜ ਵੀ ਮੈਂ ਇਹ ਨਹੀਂ ਕਹਿ ਰਿਹਾ ਕਿ ਇਹਨੇ ਕੀਤਾ ਕਿ ਉਹਨੇ ਕੀਤਾ, ਮੈਂ ਇਹ ਕਹਿ ਰਿਹਾ ਕਿ ਕਿਉਂਕਿ ਹੁਣ ਹਾਈ ਕੋਰਟ ਨੇ ਸਾਫ਼ ਕਿਹਾ ਹੈਗਾ ਕਿ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਨੇ ਵਾਲੇ ਸਿਆਸਤ ਕਰ ਰਹੇ ਆ, ਇਸ ਕਰਕੇ ਦੇਖਣਾ ਜ਼ਰੂਰੀ ਹੈ ਕਿ ਉਹਨਾਂ ਦੇ ਪਿੱਛੇ ਕੌਣ ਕਰਵਾ ਰਿਹਾ। ਉਹਦੇ ਵਿੱਚ ਉਹ ਬੰਦੇ ਵੀ ਹੋ ਸਕਦੇ ਆ ਜਿਹੜੇ ਇੱਕ ਮਿੰਟ ਜੀ, ਜਿਹੜੇ ਉਹ ਬੰਦੇ ਵੀ ਹੋ ਸਕਦੇ ਆ ਜਿਹੜੇ ਖੁਦ ਹੀ ਚੋਰੀ ਕਰਕੇ ਫਿਰ ਭੀੜ 'ਚ ਜਾ ਰਲ ਕੇ ਚੋਰ ਕਰਦੇ ਹੁੰਦੇ ਆ। ਇਹ ਉਹ ਬੰਦੇ ਵੀ ਸ਼ਾਮਲ ਹੋ ਸਕਦੇ ਆ ਜਿਹੜੇ ਇਹ ਕਹਿ ਕੇ ਜੀ ਬੇਅਦਬੀ ਤੇ ਬੇਅਦਬੀ ਦੇ ਵਿੱਚ ਜਾ ਕੇ ਬੇਅਦਬੀ ਕਰਕੇ ਉਦੋਂ ਬੈਠੇ ਜ਼ਰੂਰ ਲਊਂਗਾ। ਇਹ ਜਿਹੜੇ ਬੰਦੇ ਰਾਤਾਂ ਨੂੰ ਕਾਂਗਰਸ ਦੇ ਮੁੱਖ ਮੰਤਰੀਆਂ ਨੂੰ ਮਿਲਦੇ ਆ ਉਹਨਾਂ ਦੀ ਕਿਉਂ ਨਾ ਇਨਕੁਆਇਰੀ ਹੋਵੇ। ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ 1.5 ਸਾਲ ਦੇ ਵਿੱਚ ਆਪਣੀ ਸਰਕਾਰ ਦੇ ਵਿੱਚ ਇਹ ਨਹੀਂ ਪਤਾ ਲੱਗਿਆ ਵੀ ਪੁਲਿਸ ਅਣਪਛਾਤੀ ਕਿਵੇਂ ਹੋ ਸਕਦੀ ਹੈ। ਇਹਦਾ ਜਵਾਬ ਦੇ ਦੇਣ ਬੈਂਸ ਸਾਹਿਬ। ਅਣਪਛਾਤੀ 11 ਬੰਦਿਆਂ ਦੇ ਕੇਸ ਹੈ ਜੀ, 11 ਬੰਦਿਆਂ ਦੇ ਕੇਸ ਹੈ ਇਹਨਾਂ ਨੇ ਅੱਜ ਤੱਕ ਛੱਡੇ ਬਖਸ਼ੇ ਜਿਹੜੇ ਬੱਚੇ ਮਰੇ ਨੇ। ਬਾਈ ਨੇਮ ਉਹਦੇ ਬਾਰੇ ਦੱਸ ਦੇਣ ਵੀ 5 ਵਾਰ ਦਾ ਰਿਹਾ ਹੋਇਆ ਮੁੱਖ ਮੰਤਰੀ ਇੰਨਾ ਗੈਰ ਜ਼ਿੰਮੇਵਾਰ ਹੋ ਸਕਦਾ ਵੀ ਅਣਪਛਾਤੀ ਪੁਲਿਸ ਹੋ ਜਾਵੇ। ਔਰ 7 ਨਾ ਕੱਢੇ ਇਹਨਾਂ ਨੇ। ਚਲੋ ਤੁਸੀਂ ਆਪਣੀ ਗੱਲ ਮੈਂ ਸੰਧੂ ਸਾਹਿਬ ਇਹ ਜਾਨਣਾ ਚਾਹਣਾ ਵੀ ਹੁਣ ਇਨਸਾਫ ਮਿਲੂਗਾ ਕਿ ਨਹੀਂ। ਅੱਜ ਦਿੱਲੀ ਦੇ ਵਿੱਚ ਮੈਂ ਅਖੀਰ ਤੇ ਕਮੈਂਟ ਇਹ ਬਹਿਸ ਤੇ ਬੰਦਿਆਂ ਦਾ ਬਾਈ ਨੇਮ ਚੱਲੀ ਆ ਰਹੀ ਹੈ ਨਾ, ਟੀਵੀ ਤੇ ਇਸ ਬਹਿਸ ਦਾ ਕੋਈ ਮਸਲਾ ਹੱਲ ਹੋਣਾ ਹੈ। ਬੇਸਿਕਲੀ ਮੈਂ ਸੰਧੂ ਸਾਹਿਬ ਇਹ ਜਾਨਣਾ ਚਾਹਣਾ ਹੈ ਜਾਂ ਪੰਜਾਬ ਦੇ ਲੋਕ ਇਹ ਜਾਨਣਾ ਚਾਹੁੰਦੇ ਆ, ਅਸੀਂ ਤੇ ਉਹਨਾਂ ਦੀ ਸਿਰਫ ਇੱਕ ਆਵਾਜ਼ ਜਿਹੜੀ ਹੁੰਦੀ ਆ ਉਸ ਨੂੰ ਅੱਗੇ ਤੱਕ ਪਹੁੰਚਾਉਣੇ ਆ। ਅੱਜ ਤੁਹਾਡੇ ਦਿੱਲੀ ਮੀਟਿੰਗਾਂ ਚੱਲ ਰਹੀਆਂ, ਉੱਥੇ ਵੀ ਜ਼ਿਕਰ ਹੋਇਆ ਔਰ ਉਹਨਾਂ ਨੇ ਇਹ ਜਿਹੜੀ ਕਮੇਟੀ ਤੁਹਾਡੀ ਹਾਈ ਕਮਾਂਡ ਦੀ ਬਣੀ ਵੀ ਹੈ 3 ਮੈਂਬਰੀ ਕਮੇਟੀ, ਉਹਨਾਂ ਨੇ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਜਾ ਕੇ ਪੂਰਾ ਕਰਨ। ਔਰ ਉਹਨਾਂ ਦੇ ਵਿੱਚੋਂ ਇਹ ਇੱਕ ਸਭ ਤੋਂ ਵੱਡਾ ਜਿਹੜਾ ਵਾਅਦਾ ਸੀ ਜਾਂ ਦਾਵਾ ਸੀ ਕਿ 6 ਮਹੀਨਿਆਂ ਦੇ ਅੰਦਰ ਆ ਕੇ ਦੋਸ਼ੀ ਨੂੰ ਫੜ ਕੇ ਸਜ਼ਾ ਦੇਵਾਂਗੇ। ਅੱਜ 4.5 ਸਾਲ ਬਾਅਦ ਆਪਾਂ ਇਸ ਚੀਜ਼ ਤੇ ਬਹਿਸ ਕਰ ਰਹੇ ਹਾਂ ਕਿ ਅੱਗੇ ਸੋ ਇਹਦਾ ਜਵਾਬ ਦੇ ਦਿਓ। ਦੇਖੋ ਇਹ ਸਾਡਾ ਵਾਅਦਾ ਹੈਗਾ ਔਰ ਕਾਂਗਰਸ ਪਾਰਟੀ ਇਹਨੂੰ ਪੂਰਾ ਕਰੂਗੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਲੇਕਿਨ ਕੁਝ ਜਿਹੜੀਆਂ ਕਮੀਆਂ ਰਹਿ ਗਈਆਂ ਨੇ ਉਹਨਾਂ ਨੂੰ ਆ ਦੇਖੋ ਹੁਣ ਤੁਹਾਡੇ ਸਾਹਮਣੇ ਹੀ ਹੈਗਾ ਕਿ ਜਿਹੜੇ ਬੰਦੇ ਪਹਿਲਾਂ ਉਹਦੇ ਨਾਲ ਕੰਸਰਨ ਨਾਲ ਲਿੰਕਡ ਰਹੇ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ। ਪਹਿਲਾਂ ਜੋਰਾ ਸਿੰਘ ਜੀ ਸੀਗੇ, ਜਸਟਿਸ ਜੋਰਾ ਸਿੰਘ, ਉਹ ਵੀ ਜੁਆਇਨ ਕਰ ਗਏ, ਕੁੰਵਰ ਵਿਜੇ ਪ੍ਰਤਾਪ ਹੋਣੀ ਵੀ ਕਰ ਗਏ। ਇਹ ਕੀ ਹੈਗੀ ਮਸਲਾ
ਠੀਕ ਹੈ, ਕੋਈ ਕੱਲ ਨੂੰ ਕੋਈ ਜੇ ਹੋਰ ਕਰ ਜਾਏਗਾ ਇਸ ਚੀਜ਼ ਦੀ ਕਿਹੜਾ ਕੋਈ ਗਾਰੰਟੀ ਹੈ ਜੀ? ਕੋਈ ਲੋਕ ਬੇਈਮਾਨ ਹੋ ਜਾਣ ਜਿਹੜੇ ਕਰ ਰਹੇ ਸੀਗੇ ਤਾਂ ਅਸੀਂ ਉਹਦੇ ਚ ਠੀਕ ਹੈ, ਉਹਦੀ ਕਮੀ ਰਹਿ ਸਕਦੀ ਹੈ, ਲੇਕਿਨ ਅਸੀਂ ਉਹਨੂੰ ਪੂਰਾ ਕਰਾਂਗੇ। ਤੁਸੀਂ ਪੂਰਾ ਸੰਧੂ ਕਰਾਂਗੇ। ਸਾਹਿਬ ਤੁਸੀਂ ਇਹ ਮੰਨਦੇ ਹੋ ਕਿ ਇਸ ਇਸ਼ੂ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਆਪਣੇ ਹਿੱਤ ਮੈਂ ਕਿਹਾ ਸੀ ਮੰਨਦੇ ਹੋ ਤੁਸੀਂ? ਦੇਖੋ ਕੋਈ ਵੀ ਅੱਜ ਗੁਰੂ ਦੀ ਇਸ ਜਿੰਨੀ ਇਹ ਵਾਰਦਾਤ ਹੈਗੀ ਹੈ, ਗੁਰੂ ਸਾਹਿਬ ਤੋਂ ਜੋ ਕੋਈ ਬੇਮੁਖ ਹੋਊਗਾ ਉਹ ਸਜ਼ਾ ਭੁਗਤੂਗਾ। ਕਿਸੇ ਕਚਹਿਰੀ ਚੋਂ ਬਚ ਸਕਦਾ ਹੈ, ਪ੍ਰਮਾਤਮਾ ਦੀ ਕਚਹਿਰੀ ਚੋਂ ਨਹੀਂ ਬਚ ਸਕਦਾ ਜਿਹੜਾ ਇਸ ਚੀਜ਼ ਨੂੰ ਮਿਸਯੂਜ਼ ਕਰ ਰਿਹਾ ਹੈ ਜਾਂ ਕੋਈ ਗਲਤ ਕੰਮ ਕਰ ਰਿਹਾ ਹੈ। ਲੇਕਿਨ ਕਾਂਗਰਸ ਇਸ ਚੀਜ਼ ਤੇ ਚਲੋ ਠੀਕ ਹੈ, ਮੇਰੇ ਕੋਲ ਸਮਾਂ ਖਤਮ ਹੋ ਗਿਆ। ਫਿਰ ਕੋਸ਼ਿਸ਼ ਕਰਾਂਗੇ ਇਸ ਮੁੱਦੇ ਤੇ ਗੱਲਬਾਤ ਕਰਨ ਦੀ, ਕਿਉਂਕਿ ਅੱਜ ਕਾਂਗਰਸ ਹਾਈ ਕਮਾਂਡ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਕਹੀ ਹੈ ਕਿ ਜਿਹੜੇ ਵਾਅਦੇ ਸੀ ਪਹਿਲਾਂ ਪੂਰੇ ਕਰੋ। 6 ਮਹੀਨੇ ਬਚਦੇ ਨੇ, ਉਸ ਤੋਂ ਬਾਅਦ ਇਲੈਕਸ਼ਨ ਕੋਡ ਲੱਗ ਜਾਣਾ ਸਟੇਟ ਦੇ ਵਿੱਚ, ਫਿਰ ਇੰਨੇ ਟਾਈਮ ਦੇ ਵਿੱਚ ਕਿਸ ਤਰੀਕੇ ਨਾਲ ਇਹ ਸਾਰੇ ਵਾਅਦੇ ਪੂਰੇ ਹੋਣਗੇ। ਚਲੋ, ਔਰ ਉਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਇਹ ਗੱਲ ਹੈ ਜਾਂ ਸਭ ਤੋਂ ਵੱਡਾ ਜਿਹੜਾ ਇਸ਼ੂ ਸੀ ਜਾਂ ਜਿਸ ਇਸ਼ੂ ਨੂੰ ਮੂਹਰੇ ਰੱਖ ਕੇ ਲੋਕਾਂ ਦੇ ਨਾਲ ਵਾਅਦਾ ਕਰਕੇ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਈ ਸੀ, ਉਹ ਸੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਦਾ, ਜਿਹੜਾ ਅੱਜ 4.5 ਸਾਲ ਬਾਅਦ ਵੀ ਉੱਥੇ ਹੀ ਖੜਾ ਹੈ ਤੇ ਇੱਕ ਨਵੇਂ ਸਿਰੇ ਤੋਂ ਉਸੇ ਤਰੀਕੇ ਦੀ ਜਿਹੜੀ ਕਵਾਇਦ ਹੈ ਫਿਰ ਸ਼ੁਰੂ ਹੋ ਚੁੱਕੀ ਹੈ। ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਜਾਰੀ ਹੈ। ਅੱਜ ਦੀ ਇਸ ਡਿਬੇਟ ਦੇ ਵਿੱਚ ਫਿਲਹਾਲ ਇੰਨਾ ਹੀ। ਇੱਕ ਛੋਟਾ ਜਿਹਾ ਬ੍ਰੇਕ, ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ।